समय तो लेकर के तुर्की बाणी आई, तिन सगली चिंत मिटाई जी दे महावाक अनुसार गुरबाणी दे जाप श्रवण करते आ रहे सी। आओ साहिबे कमाल माता गुजर कौर दे अखियां दे तारे गुरु तेग बहादुर महाराजियां दे पुत्र पुत्रां दे दानी नीले दे साथ सवार आनंदपुर दे वासी पटने दे माही धन धन साहिब श्री गुरु गोबिंद सिंह महाराजियां दा जो जीवन इतिहास चलता आ रहा है, आओ सारे गुरु चरणों दीयां हाजरियां भर के अपने समय और स्वास्थ्य को सफले बनाने का यत्न करिए। आनंदपुर वापस कल विचार चल रही सी, इस समय किसी भी पहाड़ी राजे ने कमलोट पिंड मारन समय कोई छेड़खानी या कोई विरोध की गल ना की। कलगीधर पातशाह गुरु गोबिंद सिंह महाराज जी दे नाल कोई विरोध ना किया। एक दिन सतगुरु कलगीधर पातशाह महाराज जी अपना दीवान ला के बैठे हुए सन कि भाई दया सिंह आदि सिंघा ने बेनती की, महाराज जी जदों तुसी आनंदपुर साहिब छड्ड के आए सी तो आप जी ने वचन किया सी कि साडे घर आनंदपुर विच ही हन। जदों तुसी आनंदपुर साहिब छड्ड के आए सी तो आप जी ने वचन किया सी कि साडे घर आनंदपुर विच ही हन। इसनू असी कदी भी छड्ड नहीं सकते। सो हुण आप जी नू अपने उन्हां वचनां नू याद करके आनंदपुर जाण दी तैयारी करनी चाहिए है। पहाड़ी राजे तां सारे लड़ाई विच हार खा के अपने घरां नू जा बैठे। हुण सानू इत्थे विभौर विच रहण दा कोई लाभ नहीं है। असी भी चल के अपने नगर आनंदपुर साहिब विच आनंदपुर साहिब की संभाल करिए। खालसे की ये बेनती प्रवान करके सतगुरु जी ने दूसरे दिन रणजीत नगारा बजा के पूरी तैयारी कर ली अते नगारे दियां उच्चियां धुनां दे नाल गुरु जी घोड़े उत्ते सवार हो के अगे लग पे अते पिछे सारा दल खालसा वाहिगुरू जी की फतेह दे जकारे सड़दा होया चल पिया। रास्ते विच लोकी भेटा दे के गुरु जी नूं मिल के बेनतियां करदे कि असी सारे आप जी दी प्रजा हाँ, सानू अपने जान के साडी रखवाली करो।
ਸਤਿਗੁਰੂ ਜੀ ਨੇ ਸਭ ਨੂੰ ਧੀਰਜ ਦੇ ਕੇ ਆਪਣੇ ਰਸਤੇ ਉੱਤੇ ਅੱਗੇ ਚੱਲ ਪਏ। ਬੇਮੁਖ ਅਥਵਾ ਵਿਰੋਧ ਭਾਵ ਰੱਖਣ ਵਾਲੇ ਨਗਾਰੇ ਦੀ ਆਵਾਜ਼ ਸੁਣ ਕੇ ਹੀ ਭੱਜ ਗਏ। ਜਿਹੜੇ ਵਿਰੋਧ ਕਰਨ ਵਾਲੇ ਸੀ ਗੁਰੂ ਜੀ ਦਾ, ਉਹ ਨਗਾਰੇ ਦੀ ਆਵਾਜ਼ ਸੁਣ ਕੇ ਹੀ ਭੱਜ ਗਏ। ਜਿਹੜੇ ਪਿੰਡ ਪਹਿਲਾਂ ਗੁਰੂ ਜੀ ਤੋਂ ਬੇਮੁਖ ਹੋ ਗਏ ਸਨ, ਉਹਨਾਂ ਨੂੰ ਸਿੰਘਾਂ ਰਸਤੇ ਵਿੱਚ ਹੀ ਲੁੱਟ-ਕੁੱਟ ਕੇ ਅੱਗੇ ਚਾਲੇ ਪਾ ਦਿੱਤੇ। ਹੁਣ ਸਤਿਗੁਰੂ ਜੀ ਨੇ ਆਨੰਦਪੁਰ ਪਹੁੰਚ ਕੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਦੇ ਦਰਸ਼ਨ ਕੀਤੇ, ਅਰਦਾਸ ਕਰਕੇ ਨਮਸਕਾਰ ਕੀਤੀ ਅਤੇ ਕੜਾਹ ਪ੍ਰਸਾਦ ਵਰਤਾਇਆ। ਉਪਰੰਤ ਆਪਣੇ ਮਹਿਲਾਂ ਵਿੱਚ ਜਾ ਕੇ ਵਿਸ਼ਰਾਮ ਕੀਤਾ। ਤਾਂ ਗੁਰਮੁਖ ਪਿਆਰਿਓ, ਆਨੰਦਪੁਰ ਸਾਹਿਬ ਵਾਸੀਆਂ ਨੇ ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਮਨਾਈਆਂ, ਦੀਪਮਾਲਾ ਕੀਤੀ। ਖਾਲਸਾ ਦਲ ਨੇ ਆਪੋ ਆਪਣੇ ਸਥਾਨਾਂ ਤੇ ਡੇਰੇ ਕਰ ਲਏ। ਹੁਣ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਆਨੰਦਪੁਰ ਦੇ ਜਿਹੜੇ ਆਦਮੀ ਉੱਜੜ ਗਏ ਸਨ ਅਤੇ ਆਨੰਦਪੁਰ ਸਾਹਿਬ ਛੱਡ ਕੇ ਗਏ ਸਨ, ਉਹਨਾਂ ਨੂੰ ਵਾਪਸ ਲੈ ਆਓ। ਆਪਣੇ ਘਰ ਘਾਟ ਵਸਾਉਣ ਵਾਸਤੇ ਜਿਸ ਪਾਸ ਧਨ ਕਰਕੇ ਸਮਰੱਥਾ ਨਾ ਹੋਵੇ, ਮਹਾਰਾਜ ਜੀ ਕਹਿੰਦੇ ਉਸ ਨੂੰ ਗੁਰੂ ਕੇ ਖਜ਼ਾਨੇ ਵਿੱਚੋਂ ਲੋੜੀਂਦੀ ਸਹਾਇਤਾ ਦਿਓ। ਉਹਨਾਂ ਨੂੰ ਜਿੰਨੀ ਵੀ ਲੋੜ ਹੈ ਉਨੀ ਸਹਾਇਤਾ ਦੇ ਕੇ ਉਹਨਾਂ ਨੂੰ ਵਸਾਇਆ ਜਾਵੇ। ਇਸ ਹੁਕਮ ਦੇ ਕਰਨ ਨਾਲ ਸਾਰੇ ਨਗਰ ਛੱਡ ਕੇ ਬਾਹਰ ਗਏ ਹੋਏ ਸਾਰਿਆਂ ਜਾਤਾਂ ਦੇ ਕਸਮਾਂ ਦੇ ਲੋਕ ਵਾਪਸ ਆਣ ਕੇ ਵਸਣ ਲੱਗ ਪਏ। ਤਾਂ ਗੁਰਮੁਖ ਪਿਆਰਿਓ, ਨਗਰ ਦੀ ਰੌਣਕ ਫੇਰ ਦਿਨੋਂ ਦਿਨ ਦੁੱਗਣੀ ਚੌਗਣੀ ਹੋਣ ਲੱਗ ਪਈ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਕੋਲੋਂ ਪੈਸੇ ਦੇ ਕੇ ਲੋਕਾਂ ਦੇ ਘਰ ਬਣਵਾ ਦਿੱਤੇ। ਗੁਰੂ ਜੀ ਦੇ 2 ਵੇਲੇ ਦੀਵਾਨ ਲੱਗ ਦਿੱਤੇ। ਜਿਉਂ-ਜਿਉਂ ਗੁਰੂ ਜੀ ਦੇ ਮੁੜ ਆਨੰਦਪੁਰ ਵਾਪਸ ਆਉਣ ਜਾਣ ਦਾ ਪਤਾ ਲੱਗਦਾ, ਸਿੱਖ ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਅਤੇ ਭੇਟਾ ਅਰਪਣ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ। ਸ਼ਾਸਤਰ ਵਸਤਰ ਘੋੜੇ ਆਦਿਕ ਵੀ ਸਿੱਖ ਬਹੁਤ ਭੇਟਾ ਲੈ ਕੇ ਆਉਂਦੇ ਸੀ। ਭੀਮ ਚੰਦ ਨੇ ਸੁਲ੍ਹਾ ਕਰਨੀ। ਜਦ ਗੁਰੂ ਜੀ ਆਪਣੇ ਤੇਜ ਪ੍ਰਤਾਪ ਨਾਲ ਆਨੰਦਪੁਰ ਸਾਹਿਬ ਵਿੱਚ ਪਹਿਲਾਂ ਵਾਂਗੂ ਹੀ ਕਾਰ ਵਿਹਾਰ ਜੈਸਾ ਕਿ ਸ਼ਿਕਾਰ ਜਾਣਾ, ਦੀਵਾਨ ਸਜਾ ਕੇ ਉਪਦੇਸ਼ ਕਰਨਾ ਅਤੇ ਸਿੱਖਾਂ ਤੋਂ ਭੇਟਾ ਲੈਣੀਆਂ, ਉਪਰੰਤ ਅੰਮ੍ਰਿਤ ਛਕਾਉਣਾ, ਸਿੰਘ ਸਜਾਉਣੇ ਆਦਿ ਕਰਨ ਲੱਗੇ ਤਾਂ ਭੀਮ ਚੰਦ ਨੇ ਵਿਚਾਰਿਆ ਕਿ ਇਹਨਾਂ ਦੇ ਨਾਲ ਸਲਾਹ ਕਰ ਲੈਣੀ ਚਾਹੀਦੀ ਆ, ਇਹਨਾਂ ਦੇ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਆ। ਪਹਿਲਾਂ ਆਪਾਂ ਇਹਨਾਂ ਨੇ ਵਿਰੋਧ ਕਰਿਆ, ਵਿਰੋਧ ਕਰਕੇ ਕੁਝ ਨਹੀਂ ਖੱਟਿਆ। ਕਿੰਨੇ ਸ਼ਹੀਦ ਕਰਵਾ ਲਏ ਨੇ, ਕਿੰਨੇ ਆਪਣੇ ਫੌਜੀ ਮਰਵਾ ਲਏ ਨੇ, ਪਰ ਨੁਕਸਾਨ ਹੀ ਨੁਕਸਾਨ ਹੋਇਆ। ਹੁਣ ਹੋਰ ਵਿਗਾੜ ਨਹੀਂ ਪਾਉਣਾ ਚਾਹੁੰਦਾ। ਭੀਮ ਚੰਦ ਨੇ ਆਪ ਜੀ ਨੂੰ ਚਿੱਠੀ ਲਿਖ ਕੇ ਮਾਫੀ ਮੰਗੀ। ਭੀਮ ਚੰਦ ਨੇ ਆਪ ਜੀ ਨੂੰ ਚਿੱਠੀ ਲਿਖ ਕੇ ਮਾਫੀ ਮੰਗੀ ਤੇ ਭਰੋਸਾ ਦਿੱਤਾ ਕਿ ਅੱਗੇ ਤੋਂ ਕੋਈ ਝਗੜਾ ਨਹੀਂ ਕਰਾਂਗਾ, ਪਿਛਲੀਆਂ ਗਲਤੀਆਂ ਮਾਫੀ ਕਰ ਦਿੱਤੀਆਂ ਜਾਣ।
ਭੀਮ ਚੰਦ ਦੀ ਇਹ ਚਿੱਠੀ ਪੜ੍ਹ ਕੇ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਲੜਾਈ ਵਿਰੋਧ ਦਾ ਖੋਟਾ ਕੰਮ ਪਹਿਲਾਂ ਤੁਸੀਂ ਹੀ ਕੀਤਾ ਸੀ। ਮਹਾਰਾਜ ਜੀ ਕਹਿੰਦੇ ਜਿਹੜਾ ਲੜਾਈਆਂ ਵਾਲਾ ਕੰਮ ਕੀਤਾ ਤੁਸੀਂ ਉਹ ਕੀਤਾ ਸੀ, ਅਸੀਂ ਤਾਂ ਤੁਹਾਨੂੰ ਕੁਛ ਨਹੀਂ ਸੀ ਆਖਿਆ। ਇਹ ਜਿਹੜਾ ਕੀਤਾ ਤੁਸੀਂ ਕੀਤਾ ਸੀ। ਤਾਂ ਗੁਰਮੁਖ ਪਿਆਰਿਓ ਕਹਿੰਦੇ ਹੁਣ ਜੇ ਤੁਸੀਂ ਮਿਲੋਗੇ ਤਾਂ ਅਸੀਂ ਤੁਹਾਡਾ ਨਿਰਾਦਰ ਨਹੀਂ ਕਰਾਂਗੇ, ਜੇ ਤੁਸੀਂ ਵਿਰੋਧ ਛੱਡ ਦਿਓਗੇ ਤਾਂ ਅਸੀਂ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਬਿਨਾਂ ਭੇਦ ਭਾਵ ਦੇ ਵਰਤਾਵਾ ਕਰਾਂਗੇ। ਇਹ ਹੁਕਮਨਾਮੇ ਨੂੰ ਪੜ੍ਹ ਕੇ ਭੀਮ ਚੰਦ ਬੜਾ ਖੁਸ਼ ਹੋਇਆ ਅਤੇ ਉਸਨੇ ਪ੍ਰੇਮ ਭਾਵ ਦੀਆਂ ਗੱਲਾਂ ਬਾਤਾਂ ਕਰਕੇ ਗੁਰੂ ਜੀ ਦਾ ਗੁੱਸਾ ਗਿਲਾ ਦੂਰ ਕਰਨ ਵਾਸਤੇ ਆਪਣੇ ਵਜ਼ੀਰ ਪੰਮਾ ਪਰਮਾਨੰਦ ਨੂੰ ਬਹੁਤ ਅਮੋਲਕ ਵਸਤੂਆਂ ਦੇ ਕੇ ਗੁਰੂ ਜੀ ਪਾਸ ਭੇਜਿਆ। ਤੇ ਭੀਮ ਚੰਦ ਦੀ ਵੇਖੋ ਵੇਖੀ ਹੋਰ ਹੰਡੂਰੀਏ ਰਾਜੇ ਜਿਹੜੇ ਆਦਿਕ ਸਾਰੇ ਰਾਜਿਆਂ ਨੇ ਵੀ ਆਪਣੇ ਮੰਤਰੀ ਭੇਜ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਮਾਫੀ ਮੰਗੀ। ਆਖੋ ਸਤਨਾਮ। ਹੁਣ ਉਹਨਾਂ ਨੇ ਦੇਖ ਲਿਆ ਵੀ ਹੁਣ ਕੋਈ ਚਾਰਾ ਨਹੀਂ ਚੱਲਦਾ, ਕਿੰਨਾ ਕੁਝ ਕਰਕੇ ਦੇਖ ਲਿਆ, ਬੜੇ ਬੰਦੇ ਮਰਵਾਏ ਆ ਤੇ ਸਤਿਗੁਰੂ ਜਿਉਂਦੇ ਤਿਉਂ ਹੀ ਹਨ। ਹੁਣ ਸਾਰਾ ਕੁਝ ਭੁੱਲ ਕੇ ਤਾਂ ਗੁਰਮੁਖ ਪਿਆਰਿਓ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜ ਗਏ। ਆਪੋ ਆਪਣੇ ਰਾਜਿਆਂ ਨੇ ਵੀ ਮੰਤਰੀ ਭੇਜ ਕੇ ਸਤਿਗੁਰੂ ਜੀ ਨਾਲ ਮੇਲ ਗੇਲ ਕਰ ਲਿਆ। ਇਸ ਤਰ੍ਹਾਂ ਹੀ ਸਮੇਂ ਸਮੇਂ ਸਾਰੇ ਪਹਾੜੀ ਰਾਜੇ ਵੇਲੇ ਸਵੇਲੇ ਆਪੋ ਆਪਣੇ ਕੰਮ ਦੇ ਲੈਣ ਦੇਣ ਵਾਸਤੇ ਮੰਤਰੀ ਭੇਜ ਕੇ ਗੁਰੂ ਜੀ ਦੇ ਨਾਲ ਪ੍ਰੇਮ ਭਾਵ ਕਰਦੇ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਦੇ ਕਦਾਈ ਪਹਾੜੀ ਜੰਗਲਾਂ ਵਿੱਚ ਇੱਧਰ ਉੱਧਰ ਸ਼ਿਕਾਰ ਵੀ ਜਾਂਦੇ ਅਤੇ ਸ਼ਾਸਤਰਾਂ ਦਾ ਅਭਿਆਸ ਨਿੱਤਾ ਪ੍ਰਤੀ ਕਰਦੇ ਤੇ ਸਿੰਘਾਂ ਨੂੰ ਕਰਾਉਂਦੇ। ਪਹਾੜੀ ਰਾਜੇ ਤੇ ਰਾਜੇ ਜਿਤਨੇ ਵੀ ਛੋਟੇ ਵੱਡੇ ਸਨ ਸਾਰੇ ਸਮੇਂ ਸਮੇਂ ਨਾਲ ਸਤਿਗੁਰੂ ਜੀ ਨੂੰ ਤੋਹਫੇ ਵਜੋਂ ਅਨੇਕਾਂ ਵਸਤੂਆਂ ਭੇਜਦੇ ਰਹਿੰਦੇ। ਇੱਕ ਦਿਨ ਗੁਰੂ ਜੀ ਦੀਵਾਨ ਵਿੱਚ ਬੈਠੇ ਸਨ ਕਿ ਨਾਰਦ ਮੁਨੀ ਸਾਧੂ ਦਾ ਰੂਪ ਧਾਰਨ ਕਰਕੇ ਆਇਆ। ਇੱਕ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਵਾਨ ਦੇ ਵਿੱਚ ਬੈਠੇ। ਨਾਰਦ ਮੁਨੀ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਆਇਆ ਤੇ ਆਪ ਜੀ ਨੂੰ ਪੁੱਛਿਆ ਤਾਂ ਗੁਰਮੁਖ ਪਿਆਰਿਓ ਪੰਛੀਆਂ ਦੇ ਸੁੰਦਰ ਖੰਭ ਭੇਟਾ ਕਰਕੇ ਨਮਸਕਾਰ ਕੀਤੀ। ਪੰਛੀਆਂ ਦੇ ਹਿਮਾਂਜੂ ਪੰਛੀ ਦੇ ਖੰਭ ਭੇਟਾ ਕਰਕੇ ਨਮਸਕਾਰ ਕੀਤੀ ਤੇ ਬੈਠ ਗਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਨੂੰ ਹੱਸ ਕੇ ਪੁੱਛਿਆ। ਮਹਾਰਾਜ ਜੀ ਨੇ ਨਾਰਦ ਮੁਨੀ ਨੂੰ ਹੱਸ ਕੇ ਪੁੱਛਿਆ, ਕਹਿੰਦੇ ਰਿਖੀ ਇਹ ਤੁਸਾਂ ਖੰਭ ਲਿਆਉਣ ਦੀ ਖੇਚਲਾ ਕਿਉਂ ਕੀਤੀ ਹੈ? ਤੁਹਾਡਾ ਤਾਂ ਦਰਸ਼ਨ ਹੀ ਬੜਾ ਪਵਿੱਤਰ ਹੈ। ਜਦੋਂ ਕਿਸੇ ਉੱਤੇ ਕਿਰਪਾ ਹੁੰਦੀ ਹੈ ਉਸ ਨੂੰ ਵਿਖਾਉਂਦੇ ਹੋ। ਨਾਰਦ ਮੁਨੀ ਨੇ ਖੰਭ ਭੇਟਾ ਕਰਨੇ ਸਤਿਗੁਰੂ ਜੀ ਦੇ ਬਚਨ ਸੁਣ ਕੇ
नारद मुनि ने सन निमर आख्या, गुरु जी आप अकाल पुरख दे प्रेम परम प्यारे पुत्र हो। नारद मुनि जी ने आख्या, आप जी अकाल पुरख दे परम प्यारे पुत्र हो, तुसा हिंदू धर्म नू रखण वास्ते ये रूप धारण किया। तुहाडा दर्शन तिन आद व्याध उपाधि तिन्ना तापां नूं दूर करन वाला है। आखो सतनाम। मैं सुरगां विचों अपनी खुशी नाल तुहाडे चरण परसन वास्ते आया। आखो सतनाम। खाली हथ आउणा चंगा नहीं हुंदा, इस करके कुछ भेटा हाजिर करना चाहुंदा सां। इस विचार नाल मैं सोचिया कि भेटा वो होनी चाहिदी है जिहड़ी बड़ी प्यारी होवे। आप शास्त्र धारी होके धर्म की रखिया वास्ते आप जी ने युद्ध करने हन अते सब तो प्यारा धर्म दी रखिया वास्ते आप जी ने युद्ध करने हन अते आप सब प्यारा शास्त्र तुहानू धुन सवान है। सब तो प्यारा शास्त्र कलगीधर पातशाह गुरु गोबिंद सिंह महाराज जी नू धुन सवान प्यारा सी। इस करके मैं तुहाडे बाणा नाल लाउण वास्ते ये हमांजू पंछियां दे खंभ चुन के लैके आया हाँ। इन्हां नूं जे तुसी अपने बाणा दे नाल तीरां दे नाल ला के बाण चलाओगे तां ये पंछी वांगू उड़ के बैरियां उत्ते जाणगे। इस तरह के बचन विलास करके नारद मुनि अंतर ध्यान हो गया। पिछों सिंघां ने पूछया, महाराज जी ये साधु कौन सी? सतगुरु जी ने कहा, ये ब्रह्मा का पुत्र नारद मुनि सी। एक खंभ जो दे गया है इन्हां दी महिमा तुहानू दसदे हां। गुरु गोबिंद सिंह महाराज जी कहते जिहड़े एक खंभ दे के गए ने इन्हां दी महिमा तुहानू दसदे हां। उपरंत सतगुरु जी ने एक खंभ एक सिख नू दे के आख्या कि इन्हां नू उस कारीगर पासों कुछ तीरां दे नाल लगवा के लैके आओ। जिहड़े खंभ ने हमांजू पंछी दे इन्हां नू तीरां दे नाल लवा के लैके आओ। खंभां द्वारा गुरबाणी दी महिमा, ओ खंभां द्वारा गुरबाणी दी महिमा दसी। कहते जद तीरां नू खंभ लवा के सिख ले आया तां गुरु जी ने ਸਿੰਘਾਂ ਨੂੰ हुक्म किया कि तुसी दूर दूर जाके खड़े हो जाओ। अगे जदों सतगुरु जी तीर चलाउंदे सी ਸਿੰਘ दूर दूर खड़ के उन्होंने चुक के लैके आउंदे हुंदे सी। कदे कदे प्रसादी हाथी भी कदे कदे प्रसादी हाथी भी वो तीरां नूं सुंड दे नाल चुक के लैके आउंदा सी। आखो सतनाम। महाराज जी कहते दूर दूर होके खड़ जाओ, असी ये बाण चलावांगे, तुसी इन्हां नूं लभ के लैके आउणा। जिवें अगे लैके आउंदे हो इस तरह लभ के लैके आउणा। आप जी दा हुक्म सुन के सैकड़े सिंह भज के दूर पूर्व दिशा वल जा खड़े हुए। दूर दूर जाके खड़ गए। आप जी ने अपना धनुष खिंच के सब दे सामने एक बाण आकाश वल करके चलाया।
ਅਤੇ ਸਿੰਘਾਂ ਨੂੰ ਆਖਿਆ, ਕਹਿੰਦੇ ਸਿੰਘਾਂ ਨੂੰ ਆਖਿਆ ਕਿ ਇਸ ਨੂੰ ਹੇਠਾਂ ਡਿੱਗਣ ਨੂੰ ਨਜ਼ਰ ਹੇਠਾਂ ਰੱਖਣਾ। ਮਹਾਰਾਜ ਜੀ ਕਹਿੰਦੇ ਜਦੋਂ ਇਹ ਤੀਰ ਨੂੰ ਉੱਪਰ ਨੂੰ ਚੜਾਇਆ, ਮਹਾਰਾਜ ਜੀ ਕਹਿੰਦੇ ਜਦ ਥੱਲੇ ਨੂੰ ਆਓ, ਕਹਿੰਦੇ ਇਹਦੀ ਨਿਗਾਹ ਰੱਖਣੀ ਵੀ ਕਿੱਥੇ ਗਿਰ ਰਿਹਾ ਹੈ, ਕਿਤੇ ਗਵਾਚ ਨਾ ਜਾਏ, ਝਟਪਟ ਸਾਡੇ ਪਾਸ ਲੈ ਕੇ ਆਉਣਾ। ਮਹਾਰਾਜ ਨੇ ਹੁਕਮ ਕਰ ਦਿੱਤਾ। ਜਦ ਆਪ ਜੀ ਨੇ ਬਾਣ ਚਲਾਇਆ, ਤਦੋਂ ਬੜੀ ਉੱਚੀ ਆਵਾਜ਼ ਹੋਈ ਜੋ ਸਭ ਨੇ ਸੁਣੀ। ਸਾਰੇ ਵੇਖਣ ਵਾਲੇ ਬਾਣ ਨੂੰ, ਤੀਰ ਨੂੰ ਉੱਤੇ ਜਾਂਦੇ ਨੂੰ ਵੇਖਦੇ ਰਹੇ। ਜਦੋਂ ਤੀਰ ਛੱਡਿਆ ਉੱਪਰ ਨੂੰ, ਆਕਾਸ਼ ਵੱਲ ਨੂੰ, ਖੰਭ ਲੱਗੇ ਨੇ ਹਵਾਂਜੂ ਪੰਛੀ ਦੇ, ਤੇ ਸਾਰੇ ਵੇਖ ਰਹੇ ਨੇ ਉੱਪਰ ਜਾਂਦੇ ਨੂੰ, ਪਰ ਉਹ ਉੱਤੇ ਜਾਂਦਾ ਹੋਇਆ ਤਾਂ ਦਿਸਣੋਂ ਹੀ ਹਟ ਗਿਆ। ਇੰਨੀ ਉੱਚਾ ਤੀਰ ਚਲਾਇਆ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਜਾਂਦਾ ਜਾਂਦਾ ਉੱਪਰ ਨੂੰ ਤੀਰ ਦਿਸਣੋਂ ਹੀ ਹਟ ਗਿਆ। ਆਖੋ ਸਤਿਨਾਮ। ਫਿਰ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਸਭ ਦੇ ਸਾਹਮਣੇ ਦੂਜਾ, ਤੀਜਾ, ਚੌਥਾ, ਪੰਜਵਾਂ ਤੀਰ ਚਲਾਇਆ। ਸਾਰੇ ਬਾਣ ਉੱਤੇ ਨੂੰ ਗਏ, ਉੱਪਰ ਨੂੰ ਜਾਂਦੇ ਹੋਏ ਦਿਸਣੋਂ ਹਟ ਗਏ। ਇੱਕ ਪਹਿਰ ਤੱਕ ਸਾਰੇ ਲੋਕ ਖੜੇ ਉਡੀਕਦੇ ਰਹੇ ਵੀ ਤੀਰ ਹੁਣ ਵੀ ਥੱਲੇ ਨੂੰ ਆਏ, ਤੀਰ ਹੁਣ ਵੀ ਥੱਲੇ ਨੂੰ ਆਏ, ਹੁਣ ਡਿੱਗਣਗੇ। ਵੇਖੀਏ ਪਰ ਕੋਈ ਬਾਣ ਹੇਠਾਂ ਡਿੱਗਿਆ ਨਾ, ਕੋਈ ਵੀ ਤੀਰ ਥੱਲੇ ਨਾ ਡਿੱਗਿਆ। ਸਿੰਘਾਂ ਨੇ ਵਾਪਸ ਆੜ ਕੇ ਸਤਿਗੁਰੂ ਜੀ ਨੂੰ ਦੱਸਿਆ, ਮਹਾਰਾਜ ਜੀ ਕੋਈ ਤੀਰ ਹੇਠਾਂ ਨਹੀਂ ਡਿੱਗਿਆ। ਆਪ ਜੀ ਨੇ ਫਰਮਾਇਆ ਉੱਪਰ ਤਾਂ ਸਾਰੇ ਪੁਲਾੜ ਹੀ ਹੈ, ਭਾਵ ਕਿ ਖਾਲੀ ਹੀ ਹੈ, ਉੱਪਰ ਕੋਈ ਥਾਂ ਨਹੀਂ ਜਿੱਥੇ ਕਿ ਕੋਈ ਤੀਰ ਅਟਕ ਗਿਆ ਹੋਵੇ। ਤੁਸੀਂ ਉਹਨਾਂ ਦੀ ਚੰਗੀ ਤਰ੍ਹਾਂ ਭਾਲ ਕਰੋ, ਬਾਣ ਬੜੇ ਅਨਮੋਲ ਹਨ, ਗਵਾਚ ਨਾ ਜਾਣ। ਮਹਾਰਾਜ ਜੀ ਕਹਿੰਦੇ। ਸਿੱਖਾਂ ਨੇ ਕਿਹਾ ਗੁਰੂ ਜੀ ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ, ਤੇ ਤੁਸੀਂ ਆਪ ਹੀ ਇਸ ਭੇਦ ਨੂੰ ਜਾਣਦੇ ਹੋ ਕਿ ਇਹ ਬਾਣ, ਇਹ ਤੀਰ ਗਏ ਕਿੱਧਰ ਨੂੰ ਤੇ ਕਿੱਧਰ ਹਨ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਸ ਕੇ ਕਿਹਾ, ਮਹਾਰਾਜ ਜੀ ਨੇ ਹੱਸ ਕੇ ਕਿਹਾ ਕਿ ਇਹ ਤੁਹਾਨੂੰ ਇੱਕ ਦ੍ਰਿਸ਼ਟਾਂਤ ਦਿਖਾਇਆ ਹੈ, ਇਸ ਦਾ ਭਾਵ ਸੁਣੋ। ਮਹਾਰਾਜ ਜੀ ਕਹਿੰਦੇ ਇਹਦਾ ਭਾਵ ਸੁਣੋ, ਇਹਦਾ ਅਰਥ ਸੁਣੋ। ਇਹ ਤੀਰਾਂ ਦਾ ਕੀ ਅਰਥ ਬਣਦਾ, ਕੀ ਭਾਵ ਬਣਦਾ। ਮਹਾਰਾਜ ਜੀ ਨੇ ਫਿਰ ਤੀਰਾਂ ਬਾਰੇ ਦੱਸਿਆ। ਕਹਿੰਦੇ ਇਹ ਬਾਣਾਂ ਦੇ ਨਾਲ ਹਮਾਂਜੂ ਪੰਛੀ ਦੇ ਖੰਭ ਲੱਗਿਆ ਹੋਏ ਹਨ। ਉਹ ਖੰਭ ਉਹਨਾਂ ਨੂੰ ਸਾਡੇ ਬਾਣਾਂ ਸਮੇਤ, ਸਾਡੇ ਤੀਰਾਂ ਨੂੰ ਆਪਣੇ ਦੇਸ਼ ਨੂੰ ਲੈ ਗਏ ਨੇ। ਆਖੋ ਸਤਿਨਾਮ। ਜਿਹੜੇ ਖੰਭ ਲੱਗੇ ਸੀ ਤੀਰਾਂ ਨੂੰ, ਉਹ ਖੰਭ ਸਾਡੇ ਤੀਰਾਂ ਨੂੰ ਵੀ ਆਪਣੇ ਦੇਸ਼ ਨੂੰ ਲੈ ਗਏ ਨੇ। ਆਖੋ ਸਤਿਨਾਮ। ਤਾਂ ਗੁਰਮੁਖ ਪਿਆਰਿਓ, ਇਸ ਕਰਕੇ ਕਹਿੰਦੇ ਹੇਠਾਂ ਕੋਈ ਨਹੀਂ ਡਿੱਗਿਆ। ਇਸੇ ਤਰ੍ਹਾਂ ਹੀ ਜਿਹੜਾ ਪੁਰਸ਼, ਜਿਹੜਾ ਮਾਈ ਭਾਈ ਗੁਰਬਾਣੀ ਨੂੰ ਪ੍ਰੇਮ ਕਰੇਗਾ, ਗੁਰਬਾਣੀ ਨਾਲ ਜੁੜੇਗਾ, ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹ ਕੇ ਸੁਣ ਕੇ ਉਸ ਨਾਲ ਲੱਗ ਜਾਂਦਾ ਹੈ। ਜਿਵੇਂ
ਖੰਭਾਂ ਨਾਲ ਤੀਰਾਂ ਨਾਲ ਖੰਭ ਲਾਏ ਤੇ ਖੰਭ ਤੀਰਾਂ ਨੂੰ ਵੀ ਆਪਣੇ ਦੇਸ਼ ਨੂੰ ਲੈ ਗਏ। ਆਖੋ ਸਤਨਾਮ। ਮਹਾਰਾਜ ਜੀ ਕਹਿੰਦੇ ਜਿਹੜਾ ਉਸ ਨਾਲ ਲੱਗ ਜਾਂਦਾ ਹੈ ਉਹ ਗੁਰਬਾਣੀ ਨਾਲ ਪ੍ਰੇਮ ਨਾਲ ਪੜ੍ਹਦਾ ਹੈ, ਗੁਰੂ ਜੀ ਦੇ ਦੇਸ਼ ਵਿੱਚ ਲੈ ਜਾਂਦੀ ਹੈ। ਇਹ ਜਿਹੜੀ ਕਹਿੰਦੇ ਗੁਰਬਾਣੀ ਹੈ ਨਾ, ਜਦੋਂ ਸਰਧਾ ਦੇ ਨਾਲ ਭਾਵਨਾ ਦੇ ਨਾਲ ਪੜ੍ਹਾਂਗੇ, ਇਹਨੂੰ ਸੁਣਾਂਗੇ, ਤੇ ਗੁਰਬਾਣੀ ਨੇ ਵੀ ਤੁਹਾਨੂੰ ਆਪਣੇ ਦੇਸ਼ ਨੂੰ ਲੈ ਜਾਣਾ ਹੈ। ਆਖੋ ਸਤਨਾਮ। ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਚਨ ਹੈ। ਜਿਵੇਂ ਬਾਣ, ਜਿਵੇਂ ਖੰਭ ਤੀਰਾਂ ਨੂੰ ਲੈ ਗਏ, ਇਸੇ ਤਰ੍ਹਾਂ ਤੈਨੂੰ ਵੀ ਸਤਿਗੁਰਾਂ ਦੀ ਬਾਣੀ, ਗੁਰੂ ਦੀ ਗੁਰਬਾਣੀ ਤੈਨੂੰ ਵੀ ਸੱਚਖੰਡ ਨੂੰ ਲੈ ਜਾਏਗੀ। ਆਖੋ ਸਤਨਾਮ। ਜੇ ਪੜ੍ਹੇਗਾ, ਸੁਣੇਗਾ, ਜਿੱਥੋਂ ਫਿਰ ਭਵਜਲ ਸੰਸਾਰ ਵਿੱਚ ਡਿੱਗਣਾ ਨਹੀਂ ਹੁੰਦਾ। ਗੁਰੂ ਜੀ ਹੁਮਾ ਰੂਪ ਪੰਛੀ ਹਨ, ਉਹਨਾਂ ਦੇ ਸ਼ਬਦ ਖੰਭ ਰੂਪ ਹਨ, ਸਿੱਖ ਦਾ ਹਿਰਦਾ ਤੀਰ ਹਨ। ਜਿਸ ਨਾਲ ਗੁਰੂ ਜੀ ਦਾ ਉਪਦੇਸ਼ ਗੁਰਬਾਣੀ ਲੱਗ ਜਾਵੇ, ਉਹਦਾ ਉੱਥੋਂ ਵਾਸਾ ਹੋ ਜਾਂਦਾ ਹੈ ਜਿੱਥੇ ਹਰ ਇੱਕ ਸੋਗ ਨਾਮ ਨਿਸ਼ਾਨ, ਜਿੱਥੇ ਇੱਕ ਰਸ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਅਤੇ ਇਹ ਅਵਸਥਾ ਕਦੀ ਘੱਟ ਵੱਧ ਨਹੀਂ ਹੁੰਦੀ। ਗੁਰਬਾਣੀ ਰੂਪ ਖੰਭ ਸਿੱਖ ਰੂਪੀ ਤੀਰਾਂ ਨੂੰ ਇਸ ਅਵਸਥਾ ਵਾਲੇ ਸਥਾਨ ਤੇ ਪਹੁੰਚਾ ਦਿੰਦੀ ਹੈ। ਜੈਸਾ ਕਿ ਪੰਚਮ ਗੁਰੂ ਜੀ ਨੇ ਉਚਾਰਨ ਕੀਤਾ। ਸ਼ਲੋਕ ਮਹੱਲਾ ਪੰਜਵਾਂ। ਖੰਭ ਬਕੰਦੜੇ ਜੇ ਲਹਾ, ਕੀਨਾ ਸਾਬੀ ਤੋਲ, ਤਨ ਜੜਾਈ ਆਪਣੇ ਲਹਾ ਸੁ ਸੱਜਣ ਟੋਲ। ਇਸ ਦ੍ਰਿਸ਼ਟਾਂਤ ਨੂੰ, ਇਸ ਕੌਤਕ ਉਪਰੰਤ ਆਪ ਜੀ ਨੇ ਇੱਕ ਹੋਰ ਦ੍ਰਿਸ਼ਟਾਂਤ ਸਿੰਘਾਂ ਨੂੰ ਸੁਣਾਇਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਰਮਾਇਆ ਕਿ ਇੱਕ ਨਾਮ ਖੰਭ ਹੈ, ਇੱਕ ਨਾਮ ਖੰਭ ਹੈ ਜਿਸ ਦਾ ਨਾਮ ਜਪਿਆ ਜਾਏ ਉਹ ਪੰਛੀ ਹੈ। ਜਗਿਆਸੂ ਨਾਮ ਜਪਣ ਵਾਲਾ ਦੇ ਨਾਲ ਜੇ ਇਹ ਖੰਭ ਨਾਮ ਦਾ ਪ੍ਰਾਣਾਂ ਦੇ ਅੰਤ ਤੱਕ ਲੱਗਿਆ ਰਹੇ ਤਾਂ ਇਹ ਜਗਿਆਸੂ ਤੀਰ ਨੂੰ ਲੈ ਕੇ ਅਕਾਲ ਪੁਰਖ ਦੇ ਪਾਸ, ਜਿੱਥੇ ਨਾਮੀ ਦਾ ਵਾਸਾ ਹੈ, ਉੱਥੇ ਲੈ ਜਾਂਦੇ ਨੇ। ਆਖੋ ਸਤਨਾਮ। ਇਸ ਕਰਕੇ ਹੇ ਸਿੱਖੋ, ਸਦਾ ਹੀ ਗੁਰਬਾਣੀ ਦੇ ਨਾਲ ਪ੍ਰੇਮ ਕਰੋ। ਪ੍ਰੇਮ ਨਾਲ ਮਹਾਰਾਜ ਜੀ ਕਹਿੰਦੇ ਪੜ੍ਹਦੇ ਰਹੋ। ਇਹ ਜਗਤ ਤੋਂ ਪਾਰ ਹੋਣ ਦੀ ਨਿਸ਼ਾਨੀ ਹੈ। ਉੱਠਦੇ ਬਹਿੰਦੇ ਚਲਦੇ ਫਿਰਦੇ ਸਦਾ ਹੀ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਈ ਰੱਖੋ। ਜਿਹਦੇ ਤੁਰੇ ਜਾਂਦੇ ਆ ਕਿਤੇ, ਮੂਲ ਮੰਤਰ ਦੇ ਪਾਠ ਕਰ ਲਿਆ ਕਰੋ, ਚੌਪਈ ਸਾਹਿਬ ਦੇ ਪਾਠ ਕਰ ਲਿਆ ਕਰੋ। ਜੋ ਵੀ ਗੁਰਬਾਣੀ ਕੰਠਾ ਕੁਝ ਨਾ ਕੁਝ ਕਰਦੇ ਰਹੋ, ਤੁਰਦੇ ਫਿਰਦੇ। ਫਿਰ ਗੁਰਮੁਖ ਪਿਆਰਿਓ, ਸਤਿਗੁਰੂ ਦੀ ਰਹਿਮਤ ਹੁੰਦੀ ਰਹਿੰਦੀ ਆ। ਜੀਵਨ ਚੜ੍ਹਦੀ ਕਲਾ ਵਿੱਚ ਜਾਂਦਾ ਰਹਿੰਦਾ ਤੇ ਮਨ ਦੀਆਂ ਇੱਛਾ ਭਾਵਨਾ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ। ਆਖੋ ਸਤਨਾਮ। ਮਨ ਦੀਆਂ ਭਾਵਨਾ ਇੱਛਾ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ। ਸਦਾ ਹੀ ਗੁਰਬਾਣੀ ਨਾਲ ਪ੍ਰੇਮ ਕਰੋ। ਇਹ ਜਗਤ ਤੋਂ ਪਾਰ ਹੋਣ ਦੀ ਨਿਸ਼ਾਨੀ ਹੈ। ਉੱਠਦੇ ਬਹਿੰਦੇ ਚਲਦੇ ਫਿਰਦੇ ਸਦਾ ਹੀ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਈ ਰੱਖੋ। ਤੁਹਾਡਾ ਫਿਰ ਸੰਸਾਰ ਵਿੱਚ ਆਉਣਾ ਮਿਟ ਜਾਏਗਾ। ਆਪਣੀ ਬਾਹਰ ਸਰੀਰ ਦੀ ਰਹਿਤ ਸੰਪੂਰਨ ਧਾਰਨ ਕਰੋ ਅਤੇ ਅੰਦਰ ਬਿਰਤੀ ਨੂੰ ਨਾਮ ਵਿੱਚ
जोड़ के रखो। आप जी ने फरमाया भाना मनना, नाम विच बिरती जोड़नी। तीजा नंबर शरीर की हौमे का त्याग करना। मुक्ति दे ये तीन साधन हैं। कहते एक तां भाना मनना, नाम विच बिरती जोड़नी, तीजा शरीर की हौमे का त्याग करना। ये तिन्ने साधन मुक्ति दे हन, जिन्हां दे चंगे भाग हुंदे ने। ये सब सुमार्ग उत्ते चलते हैं। सतगुरु जी पासों ये परम पवित्र उपदेश सुन के सिंघां ने प्रेम विच गदागद हो के आप जी दे चरनां ते मत्था टेकिया ते सरदा नाल सतनाम वाहिगुरू दा सिमरन करना शुरू कर दिता। सतगुरु जी का तीसरा ब्याह, दो ब्याह पहला महाराज जी दे होए, माता जीता जी दे नाल। तां गुरमुख प्यारिओ, माता साहिब कौर ते माता सुंदरी, सतगुरु जी दे तीन ब्याह सन। पहले ब्याह दे दो साहिबजादे बाबा जीत सिंह ते बाबा जोरावर सिंह। बाबा जीत सिंह जी ये बड़े पुत्र सन ते बाबा जुझार सिंह जी ये उदू छोटे सन ते बाबा जोरावर सिंह ते बाबा फतेह सिंह ये गुरमुख प्यारे दूसरी माता दे पुत्र सन। माता जीता दे दो पुत्र सुंदरी दे। जिहड़ी माता साहिबा थी तां गुरमुख प्यारिओ, आओ तीसरे ब्याह के बारे सरवण करिए। सतगुरु जी की कह रहे ने। सतगुरु जी दे इस तरह ही धर्म कर्म ते बौद्धक विश्रामई दो वेले दीवान लगते रहते। सवेरे भी दीवान लगता ते शाम नूं भी दीवान लगता। ये गुरु घर की मर्यादा है। शाम सवेरे कथा कीर्तन दी, सवेरे आसा दी वार ते शाम नूं कथा। जिहड़ी कथा करदे आ ये शाम नूं कथा कीती जांदी आ। अमृत वेले आसा दी वार दा कीर्तन हुंदा। हुण तुसीं कहोगे कीर्तन करिया करो आसा दी वार दा। कीर्तन वास्ते फिर साजी भी चाहिए ने, साजिया वास्ते फिर माया भी चाहिए। आखो सतनाम। माया का पहले नहीं काम चल रहा, इस करके फिर समय के नाल विचारना पैंदा। जिथे बड़े गुरधाम ने, अमृतसर देख लो, मुक्तसर वेख लो, दमदमा साहब देख लो, होर बड़े बड़े स्थान जिथे माया का पसारा वधिया, खुली माया, उत्थे फिर सवेरे आसा दी वार दा कीर्तन हुंदा, शब्द कीर्तन हुंदा है ते सामी फिर कथा हुंदी आ। दुख निवार साहब देख लो, नेड़े अपने गुरु तेग बहादुर महाराज जी दा स्थान। तां गुरमुख प्यारिओ, दुख निवारण इत्थे सतगुरु पंजवें पातशाह गुरु अर्जन देव महाराज जी वाहिगुरू गुरु तेग बहादुर महाराज जी के वचन ने। दुख निवारण साहब महाराज जी कहते जिहड़ा किसी नूं कोई दुख नहीं हटदा, पंज पंचमियां इशनान करोगे सरदा दे नाल, भावना दे नाल, तुहाडा दुख बिल्कुल नहीं रहना। आखो सतनाम। पंज पंचमियां सरदा दे नाल इशनान करोगे, भावें वो रोग कैंसर का भी होवे, पंज पंचमियां इशनान करोगे तो रोग नहीं रहना। मेरे को एक माई आ गई, कहती बाबा जी बहुत औखी है। मां की हो गया भाई? कहते डॉक्टर ने कहा जी भी कैंसर की बीमारी है। मैं बड़ी औखी है कहती। मैं उन्होंने कहा माई इदा करी
ਦੁੱਖ ਨਿਵਾਰ ਸਾਹਿਬ ਜਾਈ, ਉੱਥੇ ਜਾ ਕੇ 5 ਪੰਚਮੀਆਂ ਸੁਖ ਲਈ। 5 ਪੰਚਮੀਆਂ 101 ਰੁਪਏ ਦੀ ਦੇ ਕਰਾਣੀ ਆ। ਪਹਿਲਾਂ ਜਾਣਾ, ਜਾ ਕੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਜੋਤ ਦਾ ਘਿਓ ਜਿਹੜਾ ਉਹ ਆਪਣੇ ਪੇਟ ਦੇ ਉੱਤੇ ਲਾਣਾ, ਥੋੜ੍ਹਾ ਜਿਹਾ ਲਾ ਕੇ ਘਿਓ ਉਹਨੂੰ ਮਾੜਾ ਹੱਥ 'ਤੇ ਮਲ ਕੇ ਪੇਟ ਦੇ ਉੱਤੇ ਲਾਣਾ, ਤੇ ਤੇਰੇ ਕੈਂਸਰ ਨਹੀਂ ਰਹੂਗਾ। ਆਖੋ ਸਤਨਾਮ। ਪਰ 5 ਪੰਚਮੀਆਂ ਪੂਰੀਆਂ ਕਰਨੀਆਂ ਨੇ, ਜਾਂ ਤੈਨੂੰ ਇਹ ਬਚਣਾ, ਤੇਰਾ ਕੈਂਸਰ ਨਹੀਂ ਰਹੂਗਾ। ਜਿਹੜਾ ਡਾਕਟਰਾਂ ਨੇ ਲਿਖ ਕੇ ਦੇ ਦਿੱਤਾ ਸੀ ਨਾ, ਲਿਖ ਕੇ ਵੀ ਇਹਨੂੰ ਘਰੇ ਲੈ ਜਾਓ, ਇਲਾਜ ਕਰਾ ਲਓ, ਇਹਦਾ ਕੋਈ ਇਲਾਜ ਨਹੀਂ ਹੈ। ਉਹਦੀ ਫਿਰ ਦੁੱਖ ਨਿਵਾਰ ਸਾਹਿਬ ਅਰਦਾਸ ਕੀਤੀ ਸੀ। ਮੈਂ ਪਿਛਲੀ ਵਾਰ ਵੀ ਦੱਸਿਆ ਸੀ, ਡਾਕਟਰਾਂ ਨੇ ਲਿਖ ਕੇ ਦੇ ਦਿੱਤਾ। ਮਰੇਕੋਟਲੇ ਦੇ ਡਾਕਟਰ ਨੇ, ਪੁੱਛ ਲਿਓ ਜਾ ਕੇ, ਚਾਹੇ ਜਦੋਂ ਆਪਾਂ ਮਰੇਕੋਟਲੇ ਅੱਡੇ ਨੂੰ ਵੜਦੇ ਆ, ਇੱਧਰ ਹੌਸਪੀਟਲ ਆ, ਉੱਥੋਂ ਜਵਾਬ ਦਿੱਤਾ। ਤੇ ਉੱਥੇ ਜਦੋਂ ਅਰਦਾਸ ਕੀਤੀ 5 ਪੰਚਮੀਆਂ ਸੁਖੀਆਂ, ਤਾਂ ਗੁਰਮੁਖ ਪਿਆਰਿਓ ਜੋਤ ਦਾ ਘਿਓ ਪੇਟ ਦੇ ਉੱਤੇ ਲਾਇਆ, ਤੇ ਉਹ ਉੱਥੇ ਹੀ ਰਾਤ ਨੂੰ ਰਹੇ। ਤੇ ਸਵੇਰੇ ਜਦੋਂ ਮੈਂ ਗਿਆ, ਉਹਨਾਂ ਨੂੰ ਨਾਲ ਲਿਜਾ ਕੇ ਰਜਿੰਦਰਾ ਹੌਸਪੀਟਲ ਦੇ ਵਿੱਚ ਰਿਪੋਰਟ ਕਰਵਾਈ, ਤੇ ਉਹ ਰਿਪੋਰਟ ਸ਼ਾਮ ਨੂੰ 4 ਵਜੇ ਮਿਲੀ। ਤੇ ਰਿਪੋਰਟ ਦੇ ਵਿੱਚ ਕੀ ਆਇਆ? ਕਹਿੰਦੇ ਬੱਚੇਦਾਨੀ 'ਚ ਰਸੌਲੀਆਂ ਨੇ। ਆਖੋ ਸਤਨਾਮ। ਕੈਂਸਰ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਕੈਂਸਰ ਤੋਂ ਰਸੌਲੀਆਂ ਬਣ ਗਈਆਂ। ਆਖੋ ਸਤਨਾਮ। ਫਿਰ ਉਹੀ ਰਿਪੋਰਟ ਲੈ ਕੇ ਫਿਰ ਦੁਬਾਰਾ ਮਰੇਕੋਟਲੇ ਗਏ। ਉੱਥੇ ਮੈਡਮ ਨੂੰ ਕਿਹਾ, ਮੈਡਮ ਜੀ ਆ ਰਿਪੋਰਟ ਰਜਿੰਦਰਾ ਹੌਸਪੀਟਲ ਦੀ ਆ, ਪੜ੍ਹੋ ਜਰਾ ਮਾੜਾ ਜਿਹਾ ਕੀ ਕਹਿੰਦੀ ਆ। ਕਹਿੰਦੀ ਬਾਬਾ ਜੀ ਸਾਡੀ ਰਿਪੋਰਟ ਝੂਠੀ ਨਹੀਂ ਹੋ ਸਕਦੀ। ਮੈਂ ਕਿਹਾ ਤੁਹਾਡੀ ਰਿਪੋਰਟ ਵੀ ਸਹੀ ਆ, ਤੁਹਾਡੀ ਰਿਪੋਰਟ ਵੀ ਸਹੀ ਆ, ਤੇ ਇਹ ਵੀ ਰਿਪੋਰਟ ਜਿਹੜੀ ਆ ਰਜਿੰਦਰਾ ਹੌਸਪੀਟਲ ਦੀ ਆ, ਤੇ ਇਹ ਵੀ ਸਹੀ ਆ। ਕਹਿੰਦੀ ਇਹ ਫਿਰ ਕਿਸ ਤਰ੍ਹਾਂ ਹੋ ਸਕਦਾ ਵੀ ਮੇਰੇ ਦਿਮਾਗ ਤੋਂ ਬਾਹਰ? ਕਹਿੰਦੀ ਮੇਰਾ ਤਾਂ ਦਿਮਾਗ ਪੱਟਣ ਵਾਲਾ ਹੋ ਗਿਆ। ਕਹਿੰਦੀ ਬਾਬਾ ਜੀ ਵੀ ਇਹ ਮੇਰੇ ਦਿਮਾਗ ਤੋਂ ਬਾਹਰ ਆ ਗੱਲ, ਇਹ ਕੀ ਹੋ ਗਿਆ ਹੈ, ਇਹ ਕਿਸ ਤਰ੍ਹਾਂ ਹੋ ਗਿਆ ਹੈ? ਫਿਰ ਉਹਨੂੰ ਸਾਰੀ ਵਾਰਤਾ ਦੱਸੀ, ਜਿਵੇਂ ਹੁਣ ਤੁਹਾਨੂੰ ਦੱਸੀ ਆ, ਸਾਰੀ ਵਾਰਤਾ ਦੱਸੀ ਵੀ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕੀਤਾ। ਉਹ ਮਾਈ ਨੂੰ ਕਿਹਾ ਵੀ 5 ਪੰਚਮੀਆਂ ਪੂਰੀਆਂ ਕਰਨੀਆਂ ਨੇ, ਦੇਖੀ ਕਿਤੇ ਜਨਾਬ ਪੂਰੀਆਂ ਕਰੀਆਂ। ਕਹਿੰਦੀ ਨਹੀਂ ਕਰੂੰਗੀ। ਉਹ ਕੰਮ ਉਹਨੇ ਉਹੀ ਕਰਤਾ। ਜਦੋਂ ਦਾ ਗਰਮੀ ਜੀ ਆਇਆ ਕਰੇ, ਬਾਬਾ ਜੀ ਗਰਮੀ ਬਹੁਤ ਆਈ, ਹੁਣ ਬਾਹਰ ਨਹੀਂ ਨਿਕਲਿਆ ਜਾਂਦਾ, ਆਈ ਨਹੀਂ ਜਾਂਦਾ ਜੀ, ਮੈਂ ਸਿਆਲ 'ਚ ਕਰੂੰਗੀ ਪੂਰੀਆਂ। ਜਦੋਂ ਸਿਆਲ 'ਚ 2 ਭਰਿਆ ਕਰੇ, ਫਿਰ ਠੰਡਾ ਜਿਹਾ ਪਾਣੀ ਲੱਗਿਆ ਕਰੇ, ਹੁਣ ਠੰਡ ਆ, ਮੈਂ ਫਿਰ ਗਰਮੀਆਂ 'ਚ ਦੇਖੂੰਗੀ। ਉਹਨੇ ਮਾਂ ਦੀ ਧੀ ਨੇ 5 ਪੰਚਮੀਆਂ ਹੁਣ ਤੱਕ ਨਹੀਂ ਪੂਰੀਆਂ ਕੀਤੀਆਂ। ਆਖੋ ਸਤਨਾਮ। ਸਤਿਗੁਰੂ ਨੇ ਆਪਣਾ ਕੰਮ ਕਰ ਦਿੱਤਾ, ਪਰ ਉਹਨੇ ਆਪਣਾ ਕੰਮ ਹਜੇ ਤੱਕ ਨਹੀਂ ਕਰਿਆ। ਕਹਿੰਦੀ 4 ਹੋ ਗਈਆਂ, 2 ਤਾਂ ਗਰਮੀ 'ਚ ਹੋ ਗਈਆਂ ਦੀਆਂ, ਆ 2 ਕਹਿੰਦੀ ਸਰਦੀ 'ਚ ਇੱਕ ਰਹਿ ਗਈ। ਮੈਂ ਇਹ ਨਹੀਂ ਹੁੰਦੇ ਕੰਮ ਲਗਾਤਾਰ। ਇਹ ਬਚਨ ਨੇ ਨਾ ਜਿਹੜੇ ਸਾਧੂਆਂ ਦੇ ਕੋਈ ਬਿਰਲਾ ਕਮਾਉਂਦਾ ਹੈ। ਮਹਾਰਾਜ ਜੀ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ, ਗੁਰ ਪ੍ਰਸਾਦੀ ਤਰੀਐ। ਜਿਹੜੇ ਭਾਈ ਬਚਨ ਮੰਨ ਲੈਂਦੇ ਨੇ ਤੇ ਕਮਾ ਲੈਂਦੇ ਨੇ, ਉਹ ਤਰ ਜਾਂਦੇ ਨੇ। ਆਖੋ ਸਤਨਾਮ। ਬਚਨ ਨੇ ਹੋਰ ਕਿਤੇ ਕਿਹੜਾ ਡਾਂਗ ਮਾਰਦੇ ਸਾਧੂ ਕਿਸੇ ਦੇ, ਬਚਨੇ ਹੁੰਦੇ ਨੇ। ਬਚਨ ਹੀ ਬਚਨ ਹੋਏ ਤੇ ਗੁਰਮੁਖ ਪਿਆਰੇ ਤੇਗ ਹੋਈ। ਜਿੱਧਰ ਨੂੰ ਚੱਲ ਗਏ ਉਧਰ ਨੂੰ ਕੰਮ ਕਰ ਦਿੰਦੇ ਨੇ। ਤੀਜੀ ਇੱਕ ਦੇਗ। ਮਹਾਰਾਜ ਜੀ ਕਹਿੰਦੇ ਦੇਗ ਤੇਗ ਫਤਿਹ। ਜਿੱਧਰ ਨੂੰ ਤੇਗ ਚੱਲ ਗਈ ਨਾ, ਤੇਗ ਨੂੰ ਕਹਿੰਦੇ ਕਿਰਪਾਨ ਨੂੰ ਕਹਿੰਦੇ ਨੇ ਤੇਗ। ਜਿੱਧਰ ਨੂੰ ਤੇਗ ਚੱਲ ਗਈ ਕੰਮ ਫਤਿਹ, ਰੁਕਦੇ ਨਹੀਂ ਹੈ। ਜਿੱਥੇ ਫਿਰ ਦੇਗ ਚੱਲ ਗਈ, ਦੇਗ ਤੇਗ ਫਤਿਹ, ਫਿਰ ਕੰਮ ਫਤਿਹ ਹੁੰਦਾ। ਜਿੱਦਾਂ ਤੁਹਾਡਾ ਮਰਜ਼ੀ ਵੱਡਾ ਕੰਮ ਅੜਿਆ ਹੋਵੇ ਨਾ, ਗੁਰੂ ਦੇ ਚਰਨਾਂ 'ਚ ਅਰਦਾਸ ਕਰਾਓ, ਦੇਗ ਕਰਵਾ ਕੇ ਅਰਦਾਸ ਕਰਵਾਓ,
ਤੇ ਕੋਈ ਵੀ ਕੰਮ ਅੜਿਆ ਹੋਇਆ ਰਹਿ ਨਹੀਂ ਸਕਦਾ। ਆਖੋ ਸਤਨਾਮ। ਮੈਂ ਨਹੀਂ ਕਹਿੰਦਾ, ਮਹਾਰਾਜ ਦੀ ਬਾਣੀ ਕਹਿੰਦੀ ਆ, ਗੁਰੂ ਜੀ ਕਹਿੰਦੇ ਨੇ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਰੋਜ਼ ਅਰਦਾਸ ਕਰਦੇ ਆ ਨਾ। ਇਸ ਕਰਕੇ ਭਾਈ ਸਤਿਗੁਰੂ ਤਾਂ ਕਿਰਪਾ ਕਰ ਦਿੰਦਾ, ਪਰ ਸਿੱਖ ਭੁੱਲ ਜਾਂਦਾ। ਆਖੋ ਸਤਨਾਮ। ਗੁਰੂ ਨਹੀਂ ਭੁੱਲਦਾ ਹੈ, ਗੁਰੂ ਨਹੀਂ ਭੁੱਲਦਾ, ਪਰ ਗੁਰਮੁਖ ਪਿਆਰੇ ਸਿੱਖ ਭੁੱਲ ਜਾਂਦਾ। ਮਾਤਾ ਪਿਤਾ ਨਹੀਂ ਪੁੱਤਰ ਨੂੰ ਭੁੱਲਦੇ, ਤੇ ਪੁੱਤਰ ਮਾਤਾ ਪਿਤਾ ਨੂੰ ਭੁੱਲ ਜਾਂਦਾ। ਆਖੋ ਸਤਨਾਮ। ਬੜੀਆਂ ਮਾਵਾਂ ਰੋਂਦੀਆਂ ਵੇਖਦੇ ਆ, ਬੜੀਆਂ ਰੁਲਦੀਆਂ ਵੇਖਦੇ ਆ ਸੜਕਾਂ ਦੇ ਉੱਤੇ। ਮਾਤਾ ਪਿਤਾ ਭੁੱਲ ਜਾਂਦੇ ਨੇ ਪੁੱਤਰ। ਤਾਂ ਗੁਰਮੁਖ ਪਿਆਰਿਓ, ਕਦੇ ਮਾਂ ਬਾਪ ਆਪਣੇ ਪੁੱਤਰ ਨੂੰ ਨਹੀਂ ਭੁੱਲਦੇ, ਭਾਵੇਂ ਜਿਹੋ ਜਿਹਾ ਵੀ ਮਰਜ਼ੀ ਪੁੱਤਰਾ, ਚਾਹੇ ਅਮਲੀ ਆ, ਚਾਹੇ ਠਮਲੀ ਆ, ਚੋਰ ਚੱਕਾ ਜੋ ਵੀ ਆ, ਮਾਂ ਆਪਣੇ ਪੁੱਤਰ ਨੂੰ ਪੁੱਤਰ ਪਿਆਰੇ ਪਿਆਰਾ ਲੱਗਦਾ ਹੈ। ਇਸੇ ਤਰ੍ਹਾਂ ਸਤਿਗੁਰੂ ਸਾਨੂੰ ਪਿਆਰ ਕਰਦੇ ਨੇ, ਸਾਨੂੰ ਆਪਣੇ ਗਲ ਦੇ ਨਾਲ ਲਾਉਂਦੇ ਨੇ, ਸਾਨੂੰ ਆਪਣੇ ਚਰਨਾਂ ਦੇ ਵਿੱਚ ਬਿਠਾਉਂਦੇ ਆ। ਅਸੀਂ ਭਾਵੇਂ ਜਿਹੋ ਜਿਹੇ ਮਰਜ਼ੀ ਆ, ਸਾਨੂੰ ਸਤਿਗੁਰੂ ਫੇਰ ਵੀ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ। ਆਖੋ ਸਤਨਾਮ। ਜਿਵੇਂ ਪੁੱਤਰ ਮਾਤਾ ਦਾ ਬੱਚਾ ਲਿਬੜਿਆ ਤਿਬੜਿਆ ਹੁੰਦਾ, ਮਿੱਟੀ ਘੱਟਾ ਲੱਗਿਆ ਹੁੰਦਾ, ਖੇਡਦਾ ਫਿਰਦਾ, ਤਾਂ ਗੁਰਮੁਖ ਪਿਆਰਿਓ ਕਿੱਡੀਆਂ ਕਿੱਡੀਆਂ ਨਲੀਆਂ ਲਮਕਦੀਆਂ ਹੋਣ, ਮਾਤਾ ਦੇ ਕੋਲ ਭੱਜਿਆ ਆਵੇ ਨਾ, ਤੇ ਮਾਤਾ ਨੇ ਉਹਨੂੰ ਗੋਦੀ ਚੁੱਕ ਕੇ ਪਿਆਰ ਕਰਨਾ। ਆਖੋ ਸਤਨਾਮ। ਉਹਨੇ ਨਹੀਂ ਵੇਖਣਾ ਵੀ ਲਿਬੜਿਆ ਹੋਇਆ, ਇਹ ਮਿੱਟੀ ਕੱਟੇ ਦੇ ਨਾਲ ਲਿਬੜਿਆ ਹੋਇਆ, ਉਹਨੇ ਨਹੀਂ ਵੇਖਣਾ, ਉਹਨੇ ਚੁੱਕ ਕੇ ਪਿਆਰ ਕਰਨਾ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਸਾਡੇ ਵਿੱਚ ਜਿੰਨੇ ਮਰਜ਼ੀ ਔਗਣ ਨੇ, ਜਿੰਨੇ ਮਰਜ਼ੀ ਅਸੀਂ ਵਿਗੜੇ ਤਿਗੜੇ ਆ, ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਆ ਜਾਓਗੇ ਨਾ, ਗੁਰੂ ਨੇ ਤੁਹਾਨੂੰ ਗੋਦ ਦੇ ਵਿੱਚ ਲੈ ਲੈਣਾ। ਆਖੋ ਸਤਨਾਮ। ਆ ਹੁਣ ਗੋਦ ਦੇ ਵਿੱਚ ਹੀ ਬੈਠੇ ਆਪਾਂ, ਜਿੰਨੇ ਬੈਠੇ ਆ ਸਾਰੇ ਸਤਿਗੁਰੂ ਦੇ ਚਰਨਾਂ ਦੇ ਵਿੱਚ, ਗੋਦ ਦੇ ਵਿੱਚ ਹੀ ਬੈਠੇ ਆ। ਗੋਦ ਦੇ ਵਿੱਚ ਉਹ ਪੁੱਤਰ ਬੈਠਾ ਹੁੰਦਾ ਜਿਹੜਾ ਸਭ ਤੋਂ ਪਿਆਰਾ ਹੈ। ਆਖੋ ਸਤਨਾਮ। ਤੁਸੀਂ ਗੁਰੂ ਨੂੰ ਪਿਆਰਿਓ, ਤੇ ਇਸੇ ਕਰਕੇ ਗੁਰੂ ਜੀ ਤੁਹਾਨੂੰ ਆਪਣੀ ਗੋਦ ਦੇ ਵਿੱਚ ਬਿਠਾਈ ਬੈਠੇ ਨੇ। ਆਖੋ ਸਤਨਾਮ। ਵਿਚਾਰ ਚੱਲ ਰਹੀ ਸੀ ਸਤਿਗੁਰੂ ਜੀ ਦੇ ਇਸ ਤਰ੍ਹਾਂ ਹੀ ਧਰਮ ਤੇ ਕਰਮ ਦੇ ਬੋਧਕ ਵਿਸਰਾਮ ਮਈ ਦੇ 2 ਵੇਲੇ ਦੀਵਾਨ ਲੱਗਦੇ, ਸ਼ਾਮ ਨੂੰ ਵੀ ਦੀਵਾਨ ਲੱਗਦਾ, ਤੇ ਸੰਗਤਾਂ ਦੂਰ ਦੂਰ ਤੋਂ ਅਨੇਕਾਂ ਪ੍ਰਕਾਰ ਦੀਆਂ ਭੇਟਾਂ ਲੈ ਕੇ ਦਰਸ਼ਨ ਕਰਨ ਆਉਂਦੀਆਂ। ਰਸਤੇ ਵਿੱਚ ਸੰਗਤਾਂ ਨੂੰ ਕੋਈ ਰੋਕ ਟੋਕ ਨਹੀਂ ਕਰਦਾ। ਜਿੱਥੇ ਕਿਸੇ ਸੰਗਤ ਦਾ ਦਿਲ ਕਰਦਾ, ਉੱਥੇ ਹੀ ਵਿਸਰਾਮ ਕਰਨ ਵਾਸਤੇ ਡੇਰਾ ਕਰਕੇ ਕਰ ਲੈਂਦੇ। ਕੋਈ ਵੀ ਡਰਦਾ ਕੁਝ ਨਹੀਂ ਕਹਿੰਦਾ, ਕੋਈ ਵੀ ਡਰਦਾ ਕੁਝ ਨਹੀਂ ਕਹਿੰਦਾ। ਇੱਕ ਦਿਨ ਪੰਚਮ ਪਾਸੋਂ ਦੀ ਸੰਗਤ ਆਈ, ਰਾਤ ਵਿਸਰਾਮ ਕਰਕੇ ਉਹ ਸਵੇਰੇ ਆਪ ਜੀ ਦੇ ਦੀਵਾਨ ਵਿੱਚ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਈ। ਉਹਨਾਂ ਵਿੱਚੋਂ ਇੱਕ ਬਸੀ ਗੋਤ ਦਾ ਖੱਤਰੀ, ਜੋ ਰਹਿਤਾਸ ਦੇ ਰਹਿਣ ਵਾਲਾ, ਰਹਿਤਾਸ ਦੇ ਰਹਿਣ ਵਾਲਾ, ਉਸਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਮੈਂ ਆਪਣੀ ਕੰਨਿਆ ਦਾ ਡੋਲਾ ਤੁਹਾਨੂੰ ਦੇਣ ਵਾਸਤੇ ਆਇਆ ਹਾਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ, ਮੈਂ ਆਪਣੀ ਕੰਨਿਆ ਦਾ ਡੋਲਾ ਤੁਹਾਨੂੰ ਦੇਣ ਵਾਸਤੇ ਆਇਆ ਹਾਂ। ਆਪ ਕਿਰਪਾ ਕਰਕੇ ਇਸ ਨੂੰ ਆਪਣੀ ਦਾਸੀ ਪ੍ਰਵਾਨ ਕਰ ਲਓ। ਸਿੱਖ ਦੀ ਇਹ ਬੇਨਤੀ ਸੁਣ ਕੇ ਆਪ ਜੀ ਨੇ ਕਿਹਾ, ਕਹਿੰਦੇ ਅਸੀਂ ਤਾਂ ਹੁਣ ਬ੍ਰਹਮ ਚਾਰਜ ਧਾਰਨ ਕਰ ਲਿਆ ਹੈ, ਇਸ ਕਰਕੇ ਤੇਰੀ ਲੜਕੀ ਦਾ ਡੋਲਾ ਲੈਣ ਦੀ ਗੱਲ ਨਹੀਂ ਬਣ ਸਕਦੀ। ਸਿੱਖ ਨੇ ਕਿਹਾ, ਮਹਾਰਾਜ
ਜਦੋਂ ਤੋਂ ਮੈਂ ਆਪਣੇ ਮਨ ਵਿੱਚ ਇੱਛਾ ਪ੍ਰਗਟ ਕੀਤੀ ਹੈ, ਜਦੋਂ ਤੋਂ ਮੈਂ ਆਪਣੇ ਮਨ ਨਾਲ ਇਹ ਲੜਕੀ ਤੁਹਾਡੇ ਅਰਪਣ ਕਰਨ ਦਾ ਨਿਸ਼ਚਾ ਕੀਤਾ ਹੋਇਆ ਹੈ, ਤਦ ਤੋਂ ਇਸ ਨੂੰ ਸਭ ਸਤਿਕਾਰ ਦੀ ਨਜ਼ਰ ਨਾਲ ਮਾਤਾ ਦੇ ਰੂਪ ਦੇ ਵਿੱਚ ਵੇਖਦੇ ਹਨ। ਇਸ ਕਰਕੇ ਇਸ ਨੂੰ ਹੋਰ ਕੋਈ ਪੁਰਸ਼ ਅੰਗੀਕਾਰ ਨਹੀਂ ਕਰ ਸਕਦਾ। ਰਾਮੂ ਸਿੱਖ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ, ਹਾਂ, ਜੇ ਇਸ ਨੂੰ ਕੁਆਰੇ ਡੋਲੇ ਦੇ ਰੂਪ ਵਿੱਚ ਰਹਿ ਕੇ ਹੀ ਸੇਵਾ ਪ੍ਰਵਾਨ ਹੋਵੇ ਤਾਂ ਸਾਡੇ ਮਹਿਲਾਂ ਵਿੱਚ ਨਿਵਾਸ ਕਰ ਸਕਦੀ ਹੈ। ਜਿਹੜਾ ਤੀਸਰਾ ਵਿਆਹ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਤਾਂ ਗੁਰਮੁਖ ਪਿਆਰਿਓ, ਸਰੀਰ ਕਰਕੇ ਕੋਈ ਸੰਬੰਧ ਨਹੀਂ ਸੀ ਮਾਤਾ ਸਾਹਿਬਾਂ ਦਾ। ਸਰੀਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਸੀ ਮਾਤਾ ਸਾਹਿਬਾਂ ਦਾ। ਸੁਣੋ ਇਤਿਹਾਸ ਫਿਰ ਸਮਾਪਤੀ ਦੇ ਨੇੜੇ। ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਜੇ ਇਸ ਨੂੰ ਕੁਆਰੇ ਡੋਲੇ ਦੇ ਰੂਪ ਵਿੱਚ ਰਹਿ ਕੇ ਹੀ ਸੇਵਾ ਪ੍ਰਵਾਨ ਹੋਵੇ ਤਾਂ ਸਾਡੇ ਮਹਿਲਾਂ ਵਿੱਚ ਨਿਵਾਸ ਕਰ ਸਕਦੀ ਹੈ। ਇਹ ਬਚਨ ਸੁਣ ਕੇ ਸਾਰੀ ਸੰਗਤ ਖੁਸ਼ ਹੋ ਗਈ ਤੇ ਰਾਮੂ ਬਸੀ ਨੇ ਆਪਣੀ ਕੰਨਿਆ ਸਾਹਿਬ ਦੇਵਾ ਨੂੰ ਮਾਤਾ ਗੁਜਰੀ ਜੀ ਦੇ ਪਾਸ ਮਹਿਲਾਂ ਵਿੱਚ ਭੇਜ ਦਿੱਤਾ ਤੇ 5 ਦਿਨ ਉਪਰੰਤ ਰਹਿਤਾਸ ਦੀ ਸੰਗਤ ਵਾਪਸ ਘਰਾਂ ਨੂੰ ਚਲੀ ਗਈ। ਮਾਤਾ ਸਾਹਿਬ ਦੇਵਾ ਜੀ ਨੇ ਇਹ ਨਿਯਮ ਧਾਰਨ ਕਰ ਲਿਆ ਕਿ ਜਦ ਤੱਕ ਗੁਰੂ ਜੀ ਦੇ ਦਰਸ਼ਨ ਨਾ ਹੋ ਜਾਣ ਤਦ ਤੱਕ ਮੈਂ ਪ੍ਰਸਾਦ ਨਹੀਂ ਛਕਿਆ ਕਰਾਂਗੀ। ਜਿੰਨਾ ਚਿਰ ਮੈਨੂੰ ਸਤਿਗੁਰੂ ਜੀ ਦੇ ਦਰਸ਼ਨ ਨਾ ਹੋ ਜਾਣ ਉਨਾ ਚਿਰ ਮੈਂ ਪ੍ਰਸਾਦ ਪਾਣੀ ਨਹੀਂ ਛਕਿਆ ਕਰਾਂਗੀ। ਤਾਂ ਗੁਰਮੁਖ ਪਿਆਰਿਓ, ਮਾਤਾ ਜੀ ਦੇ ਇਹ ਨੇਮ ਕਰਕੇ ਗੁਰੂ ਜੀ ਨੇ ਇੱਕ ਵਾਰ ਸਵੇਰੇ ਜ਼ਰੂਰ ਉਹਨਾਂ ਨੂੰ ਦਰਸ਼ਨ ਦਿੰਦੇ ਸਨ। ਮਾਤਾ ਸਾਹਿਬਾਂ ਜੀ ਨੂੰ ਦਰਸ਼ਨ ਦਿੰਦੇ ਸਨ। ਜਦੋਂ ਕੁਝ ਸਮਾਂ ਇਸ ਤਰ੍ਹਾਂ ਬੀਤ ਗਿਆ ਤਾਂ ਇੱਕ ਦਿਨ ਗੁਰੂ ਜੀ ਦਰਸ਼ਨ ਦੇਣ ਆਏ ਤਾਂ ਮਾਤਾ ਜੀ ਨੇ ਅੱਖਾਂ ਨੀਵੀਆਂ ਕਰਕੇ ਬੇਨਤੀ ਕੀਤੀ, ਸੁਆਮੀ ਜੀ, ਇਹ ਮੇਰੀ ਤਿੱਬਰ ਇੱਛਾ ਹੈ ਕਿ ਮੇਰੀ ਗੋਦ ਵਿੱਚ ਵੀ ਇੱਕ ਪੁੱਤਰ ਖੇਡੇ। ਮੇਰੀ ਇੱਛਾ ਹੈ ਵੀ ਮੇਰੀ ਗੋਦ ਵਿੱਚ ਵੀ ਇੱਕ ਪੁੱਤਰ ਖੇਡੇ। ਸਤਿਗੁਰੂ ਜੀ ਨੇ ਫਰਮਾਇਆ, ਕਹਿੰਦੇ ਇੱਕ ਪੁੱਤਰ ਦੀ ਕਿਹੜੀ ਗੱਲ ਹੈ, ਅਸਾਂ ਤੇਰੀ ਗੋਦ ਵਿੱਚ ਅੱਜ ਤੋਂ ਖਾਲਸਾ ਪੁੱਤਰ ਤੇਰੀ ਝੋਲੀ ਪਾ ਦਿੱਤਾ। ਆਖੋ ਸਤਨਾਮ। ਖਾਲਸੇ ਪੰਥ ਦੀ ਮਾਤਾ ਸਾਹਿਬ ਕੌਰਾ, ਖਾਲਸੇ ਪੰਥ ਦੀ ਮਾਤਾ ਸਾਹਿਬ ਕੌਰਾ, ਕਹਿੰਦੇ ਤੁਸੀਂ ਇੱਕ ਪੁੱਤਰ ਦੀ ਕੀ ਇੱਛਾ ਕਰਦੇ ਹੋ? ਖਾਲਸਾ ਪੰਥ ਹੀ ਅੱਜ ਤੋਂ ਬਾਅਦ ਤੁਹਾਡਾ ਪੁੱਤਰ ਹੈ, ਇਹ ਪੁੱਤਰ ਤੁਹਾਡੀ ਝੋਲੀ ਵਿੱਚ ਪਾ ਦਿੱਤਾ ਹੈ। ਸਤਿਗੁਰੂ ਜੀ ਨੇ ਫਰਮਾਇਆ। ਤਾਂ ਗੁਰਮੁਖ ਪਿਆਰਿਓ, ਜੋ ਲੱਖਾਂ ਦੀ ਗਿਣਤੀ ਵਿੱਚ ਹੋਵੇਗਾ, ਮਹਾਰਾਜ ਜੀ ਕਹਿੰਦੇ ਸਾਹਿਬ ਦੇਵਾ ਜੀ ਇਹ ਬਚਨ ਸੁਣ ਕੇ ਪ੍ਰਸੰਨਤਾ ਨਾਲ ਆਪ ਜੀ ਨੂੰ ਨਮਸਕਾਰ ਕਰਕੇ ਆਪਣੇ ਨਿਵਾਸ ਸਥਾਨ ਦੇ ਉੱਤੇ ਚਲੇ ਗਏ। ਇਸੇ ਤਰ੍ਹਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਦੀ ਰਹੀ ਹੈ। ਅੰਤਮ ਸਮੇਂ ਤੱਕ ਸਤਿਗੁਰੂ ਜੀ ਦੇ ਨਾਲ ਹਜ਼ੂਰ ਸਾਹਿਬ ਦੀ ਧਰਤੀ ਤੇ ਵੀ ਨਾਲੇ ਗਈ ਮਾਤਾ ਜੀ। ਆਖੋ ਸਤਨਾਮ। ਕਿਉਂਕਿ ਸਤਿਗੁਰੂ ਜੀ ਮਾਤਾ ਸਾਹਿਬਾਂ ਨੂੰ ਨਾਲ ਇਸ ਕਰਕੇ ਰੱਖਦੇ ਸੀ,
जिन्ना चिर वो दर्शन नहीं सी कर लैंदी उन्ना चिर कुछ जल पानी नहीं सी सकते। आखो सतनाम। ये पक्का ही नितनेम बनाया होया। हुण हजूर साहिब की धरती जो अंतिम समा लास्ट समा अंतिम समा गुरु गोबिंद सिंह महाराज जी का महाराज जी नूं पता भी होना सी सचखंड प्याना कर जाना। कलगीधर पातशाह गुरु गोबिंद सिंह महाराज नूं पता सी भी असीं सचखंड प्याना कर जाना। माता साहिब देवा नूं कहण लगे सतगुरु कलगीधर पातशाह गुरु गोबिंद सिंह महाराज जी कहंदे तुसीं पंजाब चले जाओ। माता साहिब देवा ने हथ जोड़ के बेनती की, कहती सतगुरु मेरा ना तो कोई अगे है ना कोई पीछे है। पीछे मेरा सौरा परिवार माता गुजरी जी, मैनू उन्हां दा पता नहीं कित्थे है। अपना आनंदपुर सारा घर घाट उजड़िया होया है, मैं कित्थे जावां। मेरे माता पिता वो भी संसार दे उत्ते नहीं हन। सतगुरु कलगीधर पातशाह गुरु गोबिंद सिंह महाराज जी कहन लगे, कहंदे तुसीं तुहाडी भैणां दे कोल चले जाओ, सुंदरी ते जीतां दे कोल चले जाओ। दिल्ली ने ओह तुसीं दिल्ली दे विच उन्हां दे कोल चले जाओ। सच्चे पातशाह गुरु गोबिंद सिंह महाराज जी नूं माता साहिब देवा जी ने बेनती की, सतगुरु तुसी हुक्म करदे भी चले जाओ, मैं तो तुहाडे दर्शनां दे आसरे जिउंदी। आखो सतनाम। मैं तो तुहाडे दर्शनां दे आसरे ही जिउंदी हाँ। महाराज जी कहते दिल्ली चले जाओ। साहिब देवा नूं कहण लगे जीतां दे कोल सुंदरी दे कोल उन्हां दे कोल तुहाडीआं भैणां ने उन्हां कोल चले जाओ। महाराज जी मैं तुहाडे दर्शनां बिना नहीं रह सकदी। महाराज जी ने फिर गुरमुख प्यारिओ वचन कीता। वचन की कीता, कहंदे जदों तुसीं प्रसादा तैयार करया करोगे ना, प्रसादा तैयार करके जदों तुसीं अरदास करया करोगे सकण तो पहला, जिवें मैनू मेरे दर्शन हुण करदे हो, जदों अरदास करया करोगे प्रसादा तैयार करके ते तुहानू मेरे दर्शन प्रतख हो जाया करनगे। आखो सतनाम। प्रतख तुहानू साडे दर्शन हो जाया करनगे, पर तुसीं इत्थों इस समय चले जाओ। आखो सतनाम। महाराज जी नूं पता सी भी असीं इत्थे खेड वरतानी आ, असीं सचखंड नूं जाना है, किते बाद च साडे इत्थे ये रुलदे ना फिरन। इसे करके सतगुरु जी ने कुछ सिंघां नूं नाल भेज के माता सुंदरी जी ते माता जीता जी ये दिल्ली रहंदे सी ते इन्हां दे कोल माता साहिबा जी नूं भेज दित्ता। सारी जिंदगी माता साहिब कौर ने गुरु गोबिंद सिंह महाराज जी के दर्शनों ते आसरे कढ़ी। आखो सतनाम। इसे करके सारा खालसा पंथ माता साहिब देवा की झोली पा दिता। सारा पंथ खालसा पंथ अपनी माता साहिब देवा नूं मनदे ने भी साडी माता है। इस करके गुरमुख प्यारे ये तीसरा ब्याह इस तरह सी। स्थिर करके महाराज जी का माता साहिब दे नाल कोई भी किसी तरह का लैन देन कोई संबंध नहीं सी। तो गुरमुख प्यारिओ भाई जग्गा सिंह दी सरदा ते सेवा, भाई जग्गा सिंह दी सरदा ते सेवा सतगुरु जी दा एक प्रेमी सिख भाई जग्गा सिंह आप जी की सेवा विच दिन रात तत् पर तत् तैयार रहिंदा सी। पखा झलदा, जोड़ा साफ करना, चरण धोने,
ਅਤੇ ਮੁੱਠੀ ਚਾਪੀ ਕਰਨੀ ਆਦਿਕ ਦੀ ਸੇਵਾ ਵੀ ਹੋਵੇ ਤਾਂ ਜੱਗਾ ਸਿੰਘ ਬੜੇ ਪ੍ਰੇਮ ਨਾਲ ਕਰਦਾ ਸੀ। ਸਤਿਗੁਰੂ ਜੀ ਵੀ ਉਸ ਦੀ ਸੇਵਾ ਉੱਤੇ ਬੜੇ ਖੁਸ਼ ਸਨ ਕਿ ਉਸ ਨੂੰ ਸਦਾ ਆਪਣੇ ਪਾਸ ਰੱਖਦੇ ਸਨ, ਜਿਸ ਕਰਕੇ ਦੂਸਰੇ ਸਿੱਖ ਸੇਵਕ ਭਾਈ ਜੱਗਾ ਸਿੰਘ ਨਾਲ ਈਰਖਾ ਰੱਖਣ ਲੱਗ ਪਏ, ਉਹਦੇ ਨਾਲ ਈਰਖਾ ਕਰਨ ਲੱਗ ਪਏ। ਪਰ ਭਾਈ ਜੱਗਾ ਸਿੰਘ ਉਹਨਾਂ ਦੀ ਈਰਖਾ ਨੂੰ ਮਨ ਤੇ ਨਹੀਂ ਸੀ ਲਾਉਂਦਾ ਤੇ ਉਹਨਾਂ ਨਾਲ ਪ੍ਰੇਮ ਪਿਆਰ ਵਾਲਾ ਵਰਤਾਓ ਹੀ ਵਰਤਾਉਂਦਾ ਸੀ। ਭਾਈ ਜੱਗਾ ਸਿੰਘ ਸਤਿਗੁਰੂ ਜੀ ਦੀ ਸੇਵਾ ਤੋਂ ਬਿਨਾਂ ਹੋਰ ਕਿਸੇ ਨਾਲ ਬਹੁਤਾ ਬੋਲ ਚਾਲ ਨਹੀਂ ਸੀ ਰੱਖਦਾ, ਸਿਰਫ ਸਤਿਗੁਰੂ ਜੀ ਦੇ ਨਾਲ। ਇੱਕ ਦਿਨ ਸਤਿਗੁਰੂ ਜੀ ਪਲੰਗ ਦੇ ਉੱਤੇ ਲੇਟੇ ਹੋਏ ਸਨ, ਪਰ ਸੇਵਾਦਾਰਾਂ ਨੇ ਸਮਝਿਆ ਕਿ ਆਪ ਜੀ ਸੁੱਤੇ ਹੋਏ ਹੋ। ਉਹਨਾਂ ਨੇ ਜੱਗਾ ਸਿੰਘ ਨੂੰ ਆਖਿਆ ਕਿ ਤੂੰ ਜਦੋਂ ਕਦੋਂ ਵੀ ਅੱਗੇ ਹੋ ਕੇ ਗੁਰੂ ਜੀ ਦੀ ਸੇਵਾ ਕਰਦਾ ਹੈ, ਤੂੰ ਹੋਰ ਸੇਵਾਦਾਰਾਂ ਨੂੰ ਪਿੱਛੇ ਪਾ ਛੱਡਿਆ, ਤੂੰ ਹੋਰ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਪਿੱਛੇ ਕਰ ਦਿੱਤਾ। ਕਹਿੰਦੇ ਤੇਰੇ ਵਰਗੇ ਅੱਗੇ ਵੀ ਕਈ ਸੇਵਾਦਾਰ ਹੋਏ ਹਨ ਜਿਹੜੇ ਅੰਤ ਨੂੰ ਸੇਵਾ ਛੱਡ ਕੇ ਆਪਣੇ ਘਰਾਂ ਨੂੰ ਭੱਜ ਗਏ ਨੇ। ਹੁਣ ਤੇਰੀ ਵਾਰੀ ਹੈ, ਵੇਖੀਏ ਤੂੰ ਕਿੰਨਾ ਕੁ ਚਿਰ ਸੇਵਾ ਕਰਦਾ। ਦੂਸਰੇ ਸਿੰਘ ਕਹਿਣ ਲੱਗੇ ਭਾਈ ਜੱਗਾ ਸਿੰਘ ਨੂੰ। ਇਹਨਾਂ ਗੱਲਾਂ ਦਾ ਜੱਗਾ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਅਤੇ ਪ੍ਰੇਮ ਨਾਲ ਆਪਣੇ ਧਿਆਨ ਗੁਰੂ ਜੀ ਦੀ ਸੇਵਾ ਕਰਨ ਵਿੱਚ ਲੱਗਿਆ ਰਿਹਾ। ਸਤਿਗੁਰੂ ਜੀ ਜਾਗਦੇ ਸਨ, ਇਹ ਗੱਲਾਂ ਸੁਣੀਆਂ, ਸਤਿਗੁਰੂ ਜੀ ਜਾਗਦੇ ਸਨ, ਇਹ ਗੱਲਾਂ ਚੁੱਪਚਾਪ ਸੁਣਦੇ ਰਹੇ। ਦੂਸਰੇ ਦਿਨ ਆਪ ਜੀ ਨੇ ਜੱਗਾ ਸਿੰਘ ਨੂੰ ਦੀਵਾਨ ਵਿੱਚ ਪੁੱਛਿਆ ਕਿ ਤੇਰੇ ਨਾਲ ਈਰਖਾ ਕਰਕੇ ਸੇਵਾਦਾਰਾਂ ਨੇ ਰਾਤ ਸਮੇਂ ਤੈਨੂੰ ਕੀ ਆਖਿਆ ਸੀ? ਮਹਾਰਾਜ ਜੀ ਕਹਿੰਦੇ ਦੱਸ। ਜੱਗਾ ਸਿੰਘ ਨੇ ਕਿਹਾ ਗੁਰੂ ਜੀ ਮੈਨੂੰ ਕਿਸੇ ਨੇ ਕੁਝ ਨਹੀਂ ਸੀ ਕਿਹਾ ਅਤੇ ਨਾ ਹੀ ਕੋਈ ਈਰਖਾ ਕਰਦਾ ਹੈ। ਮੈਨੂੰ ਲੋਕਾਂ ਦੀਆਂ ਗੱਲਾਂ ਨਾਲ ਕੋਈ ਵਾਸਤਾ ਨਹੀਂ ਹੈ, ਮੇਰੀ ਕੇਵਲ ਇਹੀ ਨਿਚਾ ਹੈ। ਲੋਗਨ ਕੀ ਚਤਰਿਆਈ ਉਪਮਾ ਤੇ ਬਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਧਾਰ। ਜੱਗਾ ਸਿੰਘ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਸਾਰੇ ਸੇਵਾਦਾਰਾਂ ਦੇ ਸਾਹਮਣੇ ਇੱਕ ਘੜੇ ਵਿੱਚ ਇੱਕ ਪੱਥਰ ਤੇ ਇੱਕ ਪਤਾਸਾ ਪਵਾ ਦਿੱਤਾ। ਇੱਕ ਘੜਾ ਪਾਣੀ ਦਾ, ਉਹਦੇ ਵਿੱਚ ਇੱਕ ਪੱਥਰ ਤੇ ਇੱਕ ਪਤਾਸਾ ਪਾ ਦਿੱਤਾ, ਦਿਖਾਣ ਦੇ ਵਾਸਤੇ ਵੀ ਜਿਹੜੇ ਮੇਰੇ ਸੇਵਕ ਨੇ, ਮੇਰੇ ਕੋਲ ਆਉਂਦੇ ਨੇ, ਮੇਰੇ ਕੋਲ ਬਹਿੰਦੇ ਨੇ, ਉਹ ਕਿਹੋ ਜਿਹੇ ਹੋਣੇ ਚਾਹੀਦੇ ਆ। ਘੜੇ ਦੇ ਵਿੱਚ ਇੱਕ ਪੱਥਰ ਤੇ ਪਤਾਸਾ ਪਵਾ ਦਿੱਤਾ। ਜਦ ਇੱਕ ਪੱਥਰ ਵਾਹਿਗੁਰੂ ਜਦੋਂ ਇੱਕ ਪਹਿਰ ਬੀਤ ਗਿਆ, ਜਦੋਂ ਇੱਕ ਪਹਿਰ ਬੀਤ ਗਿਆ, ਸੇਵਾਦਾਰ ਨੂੰ ਹੁਕਮ ਕੀਤਾ ਕਿ ਪਾਣੀ ਵਿੱਚੋਂ ਪੱਥਰੀ ਤੇ ਪਤਾਸੇ ਮਹਾਰਾਜ ਕਹਿੰਦੇ ਦੋਵੇਂ ਲਿਆਓ, ਕੱਢ ਕੇ ਦੋਵੇਂ ਕੱਢ ਕੇ ਲਿਆਓ। ਸੇਵਾਦਾਰਾਂ ਨੇ ਪਾਣੀ ਵਿੱਚ ਹੱਥ ਪਾ ਕੇ ਪੱਥਰੀ ਤਾਂ ਜਲਦੀ ਫੜ ਕੇ ਬਾਹਰ ਕੱਢ ਲਈ, ਪਰ ਪਤਾਸਾ ਨਾ ਮਿਲਿਆ। ਉਸਨੇ ਕਿਹਾ ਪਤਾਸਾ ਪਾਣੀ ਵਿੱਚ ਘੁਲ ਗਿਆ ਹੈ, ਉਹ ਨਹੀਂ ਮਿਲਦਾ। ਸਤਿਗੁਰੂ ਜੀ ਨੇ ਦੱਸਿਆ, ਕਹਿੰਦੇ ਵੇਖੋ ਪਤਾਸਾ ਕਿਹੜਾ ਕੋਮਲ ਤੇ ਮਿੱਠਾ ਸੀ, ਉਹ ਪਾਣੀ ਵਿੱਚ ਮਿਲ ਗਿਆ। ਆਖੋ ਸਤਨਾਮ। ਪਾਣੀ ਵਿੱਚ ਮਿਲ ਕੇ ਪਾਣੀ ਦਾ ਰੂਪ ਹੋ ਗਿਆ, ਇੱਕ ਰਸ ਹੋ ਗਿਆ। ਪਰ ਜਿਹੜਾ ਕਠੋਰ ਪੱਥਰ ਸੀ, ਉਹਦੇ ਅੰਦਰ ਪਾਣੀ ਨੇ ਅਸਰ ਨਹੀਂ ਕੀਤਾ, ਉਹ ਜਿਉਂ ਦਾ ਤਿਉਂ ਕਠੋਰ ਹੈ ਰਿਹਾ।
इसे प्रकार खालसा जी विचार के वेखो कि ये साडे सेवादार जो सदा साडे पास रहंदे हन, इन्हां नूं कोई एक गुण भी धार नहीं कीता, ईरखावादी रहे, ये डडूआ समान हन। इन्हां दा वासा पानी विच कमल फुल्लां दे नाल ही हुंदा है, पर ओह गुण रूपी कमलों के नेड़े औगण रूपी जाला ही खांदे रहंदे ने। सरदावान भौरे कमलों के नेड़े नहीं रहिंदे, पर वो खोज खोज के कमलों के सरोवर नूं गुरु नूं लभ लैंदे हन। तथा सख्त कां ते संत जन भावें एक थां ही रहन, पर फिर भी उन्हां दी चाल ते खाण पीण दी कार आपो अपनी बखरी हुंदी है। कहते होर वेखो, चिचड़ ते जोग दुध वाले थण नाल लग के दुध दी सार नहीं जाणदे ते औगण दा लहू ही पींदे रहंदे ने। इसे प्रकार साडे सेवादार हन जिहड़े एक सरदावान सिख दे नाल बहुत ईरखा कर रहे हन। इस प्रकार की सिक्ख्या उपदेश दे के सतगुरु जी ने भाई जग्गा सिंह नूं थापड़ा दे के निहाल 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 कर दिता, जो गुरु गुरु जप के परम पद नूं प्राप्त होया। आओ बाकी विचारा करांगे कल नूं। राजा भीम चंद दा खोट पम्मे ने गुरु जी पास रहना, ये विचारा करांगे कल नूं। आओ गुरबाणी पढ़द्या सुनद्या कोलों एक नहीं नेका ही प्रकार दी गलती भुला चुका हो जांदियां ने। संगतां सतगुरु जी बख्शनहार हन। अगों वाते सिर ते मेरा भरत रख के सुध स्पष्ट गुरबाणी पढ़न दी, सेवा करन दी, कथा कीर्तन करन दी सोझी आ जाए। लोक सुखीए परलोक सहेले, नानक हर प्रभ आपे मिले। आओ जो देख दियां सेवावां हाज़र ने, सरदार मेवा सिंह जी इन्हां परिवार वालों देख दी सेवा हाज़र है। आओ आइयां संगतां दा बहुत बहुत धन्नवाद, जिन्हां ने समय तो समा कढ़ करके गुरु चरणों दी हाज़रियां भर के अपने समय और सवासां नूं सफले बनाउण दा यतन कीता। जी आया धन्नवाद। सतगुरु महाराज जी आप जी दा कोटन कोट धन्नवाद। तुसीं सानूं निमाणियां नूं निताणियां नूं चरणां दे विच बैठण दे सुभाग समय बख्शिश कीते आ। आप जी दा कोटन कोट धन्नवाद। जो लाइव टैलीकास्ट गुरबाणी विचार कथा सरवण कर रहे देशां विदेशां दे विच सारे वीरां दा, भैणां भरावां दा बहुत बहुत धन्नवाद है। आओ हुण श्लोक दे विच बोल के अपनी रसना करिए पवित्र अरदास हुक्मनामा साहिब। कड़ाह प्रसादियां देगां लै करके फिर आपको अपने कर विहार करने ने जी। लोक सुखीए परलोक सहेले, नानक हर प्रभ आपे मिले। श्लोक पवन गुरु पाणी पिता, माता तरत महत, दिवस रात दोदाई दाया, खेलै सगल जगत, चंगियाइयां बुरियाइयां, वाचे धर्म दूर, कर्मी आपोया। गए मसकत काल, नानक ते मुखे उजले, केती छुटे नाल, जिनी नात आया। गए
ਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।